ਸੋ ਪਹਿਲੇ ਦਿਨ ਇੰਨਾ ਕੁਛ ਵੇਖਣ ਤੋਂ ਬਾਅਦ ਫਿਰ ਦੂਜੇ ਦਿਨ ਹੋਰ ਹਿੰਮਤ ਮਿਲੀ ਅਤੇ ਦੂਜੇ ਦਿਨ ਫਿਰ ਮੈਂ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਗਿਆ। ਅੱਜ ਮੈਨੂੰ ਫਾਈਨਲੀ ਮੌਕਾ ਮਿਲਿਆ ਹੈ ਅਤੇ ਅੱਜ ਮੈਂ ਨਨਕਾਣਾ ਸਾਹਿਬ ਪਹੁੰਚਿਆ ਹਾਂ, ਜਿੱਥੇ ਕਿ ਮੇਰੇ ਜਿਹੜੇ ਐਨਸੈਸਟਰ ਅਤੇ ਪੁਰਖੇ ਸੀਗੇ ਉਹ ਇੱਥੇ ਆਉਂਦੇ ਸੀ। ਮੈਂ ਆਪਣੇ ਗ੍ਰੈਂਡਮਦਰ ਤੋਂ ਇਸ ਗੁਰਦੁਆਰੇ ਦੀਆਂ ਕਾफ़ੀ ਗੱਲਾਂ ਸੁਣਦਾ ਸੀ ਵੀ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਸੀ ਬਾਬਾ ਨਾਨਕ ਜੀ ਦੇ ਜਨਮ ਦਿਨ 'ਤੇ, ਅਤੇ ਜਿੱਥੇ ਤਕਰੀਬਨ ਸਾਰੇ ਪੰਜਾਬ ਦੇ ਲੋਕ ਇਕੱਠੇ ਹੁੰਦੇ ਸੀ। ਮੇਰੇ ਗ੍ਰੈਂਡਮਦਰ ਜੋ ਕਿ ਸ਼ੇਖੂਪੁਰੇ ਦੇ ਵਿੱਚ ਉਸ ਟਾਈਮ 'ਤੇ ਰਹਿੰਦੇ ਸੀ ਅਤੇ ਨਨਕਾਣਾ ਸਾਹਿਬ ਕਰੀਬ ਹੋਣ ਕਰਕੇ ਅਤੇ ਉਹ ਹਮੇਸ਼ਾ ਇੱਥੇ ਮੇਲੇ ਦੇ ਉੱਤੇ ਆਉਂਦੇ ਸੀ ਅਤੇ ਉਹ ਮੇਲੇ 'ਚ ਦੱਸਦੇ ਸੀ ਵੀ ਕਿਸ ਤਰ੍ਹਾਂ ਉਹ ਗੱਡਿਆਂ ਦੇ ਉੱਤੇ ਟੈਂਟ ਲੱਦ ਕੇ ਪੰਜਾਬ ਦੇ ਵੱਖਰੇ ਵੱਖਰੇ ਹਿੱਸੇ ਤੋਂ ਆ ਕੇ ਦੁਕਾਨਾਂ ਲੱਗਦੀਆਂ ਸੀ ਅਤੇ ਉਸ ਤਰ੍ਹਾਂ। ਅਤੇ ਉਹ ਕਾਫੀ ਮੈਨੂੰ ਖੁਸ਼ੀ ਮਿਲ ਰਹੀ ਹੈ ਕਿ ਅੱਜ 75 ਸਾਲ ਤੋਂ ਬਾਅਦ ਵੀ ਆਪਣੀ ਫੈਮਿਲੀ 'ਚੋਂ ਮੈਂ ਪਹਿਲਾ ਆਦਮੀ ਹਾਂ ਵੀ ਜਿਹਨੂੰ ਇੱਥੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ। ਅਤੇ ਮੈਂ ਆਪਣੇ ਆਪ ਨੂੰ ਬੜਾ ਫੋਰਚੂਨੇਟ ਮੰਨਦਾ ਵੀ ਬਾਬਾ ਜੀ ਨੇ ਬੁਲਾਇਆ ਐਟਲੀਸਟ 75 ਸਾਲ ਬਾਅਦ ਮੈਂ ਜਾ ਕੇ ਅਤੇ ਉਸ ਸਥਾਨ 'ਤੇ ਜਿੱਥੇ ਬਾਬਾ ਗੁਰੂ ਨਾਨਕ ਜੀ ਦਾ ਜਨਮ ਹੋਇਆ ਉੱਥੇ ਮੈਨੂੰ ਮੱਥਾ ਟੇਕਣ ਦਾ ਮੌਕਾ ਮਿਲਿਆ ਅਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਅਤੇ ਉਸ ਤੋਂ ਬਾਅਦ ਫਿਰ ਮੈਂ ਬਾਕੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰੇ ਵੇਖੇ, ਜਿਸ ਤਰ੍ਹਾਂ ਬਾਲ ਲੀਲਾ ਸਾਹਿਬ, ਜਿੱਥੇ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਬਾਕੀ ਬੱਚੇ ਸਨ ਉਹਨਾਂ ਨੂੰ ਜਿਹੜੇ ਆਪਣੇ ਖਿਡੌਣੇ ਅਤੇ ਜਿਹੜੇ ਚੀਜ਼ਾਂ ਦਿੰਦੇ ਸਨ, ਹੈਲਪ ਕਰਦੇ ਸਨ। ਗੁਰਦੁਆਰਾ ਬਾਲ ਲੀਲਾ ਸਾਹਿਬ, ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਕਿ ਬਾਲਕ ਲੀਲਾ ਕੌਤਕ ਜਾਂ ਖੇਡ। ਇਸ ਪਾਵਨ ਅਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਆਪਣੀ ਛੋਟੀ ਉਮਰ ਦੇ ਵਿੱਚ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਅਤੇ ਬਚਪਨ ਦੇ 13 ਸਾਲ ਇਸ ਅਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਜ਼ਾਰੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਇਸ ਅਸਥਾਨ 'ਤੇ ਕਈ ਲੋੜਵੰਦ ਬੱਚਿਆਂ ਦੀ ਸੇਵਾ ਵੀ ਕੀਤੀ, ਉਹਨਾਂ ਨੂੰ ਘਰੋਂ ਕੱਪੜੇ ਲਿਆ ਕੇ ਦਿੱਤੇ, ਆਦਿ ਵਸਤਰਾਂ ਨਾਲ ਉਹਨਾਂ ਦੀ ਸੇਵਾ ਕੀਤੀ ਅਤੇ ਕਾਫੀ ਲੰਬੇ ਚਿਰ ਇਹਨਾਂ ਜੰਡਾ ਦਰਖਤਾਂ ਦੇ ਥੱਲੇ ਬਹਿ ਕਰਕੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੁੰਦੇ ਸੀ ਅਤੇ ਨਾਮ ਜਪਦੇ ਰਹਿੰਦੇ ਸੀ। ਕਈ ਵਾਰੀ ਤਾਂ ਉਹਨਾਂ ਦੇ ਘਰਦਿਆਂ ਨੂੰ ਲੱਭਦੇ ਜਦੋਂ ਇੱਥੇ ਆਉਂਦੇ ਸੀ ਤਾਂ ਉਹ ਦਰਖਤ ਦੇ ਛਾਵੇਂ ਬਹਿ ਕੇ ਨਾਮ ਜਪਦੇ ਸੀ। ਇਸ ਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ 13 ਸਾਲ ਗੁਜ਼ਾਰੇ ਹਨ। ਫਿਰ ਉਸ ਤੋਂ ਬਾਅਦ ਫਿਰ ਗੁਰਦੁਆਰਾ ਪੱਟੀ ਸਾਹਿਬ ਜੀ, ਗੁਰਦੁਆਰਾ ਪੱਟੀ ਸਾਹਿਬ। ਇਸ ਗੁਰਦੁਆਰਾ ਸਾਹਿਬ 'ਚ ਗੁਰੂ ਨਾਨਕ ਪਾਤਸ਼ਾਹ ਨੇ ਛੋਟੀ ਉਮਰ ਦੇ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ ਅਤੇ ਮੌਲਵੀ ਕੁਤਬਦੀਨ ਪਾਸੋਂ ਹਿੰਦੀ, ਫਾਰਸੀ ਅਤੇ ਸੰਸਕ੍ਰਿਤ ਦੀ ਤਾਲੀਮ ਹਾਸਲ ਕੀਤੀ ਸੀ ਅਤੇ ਉਸ ਟਾਈਮ ਪੱਟੀ ਚੱਲਦੀ ਹੁੰਦੀ ਸੀ ਤਖਤੀ ਟਾਈਪ। ਪਹਿਲੀ ਤਖਤੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਲਿਖੀ ਸੀ ਉਹ ਇਸ ਸਥਾਨ 'ਤੇ ਲਿਖੀ ਸੀ। ਇਹ ਸੁਖਾਸਨ ਸਥਾਨ ਗੁਰਦੁਆਰਾ ਪੱਟੀ ਸਾਹਿਬ ਦਾ ਇਹ ਕਾਫੀ ਬਿਰਧ ਹੋ ਗਿਆ ਸੀ, ਕਿਉਂਕਿ ਜਦੋਂ ਬਣਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਹੀ ਬਣਿਆ ਹੈ, ਜੋ ਕਾਫੀ ਬਿਰਧ ਹੋ ਗਿਆ ਸੀ। ਨਾਲੇ ਇਹ ਹੈ ਵੀ ਖੁੱਲੀ ਜਗ੍ਹਾ 'ਤੇ ਬਾਰਿਸ਼ ਆਉਣ ਦੇ ਕਾਰਨ ਇੱਥੇ ਸੰਗਤ ਆਉਂਦੀ ਥੋੜ੍ਹੀ ਹੈ, ਫਿਰ ਸੁਖਾਸਨ ਸਥਾਨ ਨੂੰ ਅੰਦਰ ਸ਼ਿਫਟ ਕੀਤਾ ਗਿਆ। ਇੱਕ ਯਾਦ ਕਰਕੇ ਹੁਣ ਵੀ ਇੱਥੇ ਕਾਇਮ ਹੈ ਤਾਂ ਕਿ ਸੰਗਤ ਦਰਸ਼ਨ ਕਰ ਸਕੇ, ਕਿਉਂਕਿ ਓਲਡ ਬਿਲਡਿੰਗ ਹੈ ਇਸ ਕਰਕੇ ਅਜੇ ਵੀ ਕਾਇਮ ਹੈ। ਅਤੇ ਫਿਰ ਗੁਰਦੁਆਰਾ ਤੰਬੂ ਸਾਹਿਬ ਜੀ, ਜਿੱਥੇ ਕਿ ਗੁਰੂ ਨਾਨਕ ਸਾਹਿਬ ਜਦੋਂ ਉਹਨਾਂ ਨੇ 20 ਰੁਪਏ ਦਾ ਸਾਧੂਆਂ ਨੂੰ ਲੰਗਰ ਛਕਾ ਕੇ ਅਤੇ ਘਰ ਮੁੜ ਕੇ ਆ ਕੇ ਬੈਠੇ ਸਨ ਅਤੇ ਉਹ ਗੁਰਦੁਆਰਾ ਤੰਬੂ ਸਾਹਿਬ ਸੀ। ਜਸ਼ਨ ਜੀ,
ਤੁਸੀਂ ਬੜੇ ਭਾਵਕ ਹੋ ਗਏ ਹੋ, ਬੜੇ ਇਮੋਸ਼ਨਲ ਹੋ ਗਏ ਹੋ ਇਸ ਥਾਂ ਤੇ ਆ ਕੇ। ਔਰ ਦੱਸਦੇ ਜਾਈਏ ਕਿ ਇਹ ਖਾਸ ਉਹ ਥਾਂ ਹੈ ਗੁਰਦੁਆਰਾ ਤੰਬੂ ਸਾਹਿਬ ਦੀ, ਉਹ ਵਣ ਦਾ ਦਰਖਤ ਹੈ ਜਿੰਦੇ ਥੱਲੇ ਆ ਕੇ, ਇਸ ਦਰਖਤ ਦੇ ਥੱਲੇ ਬਾਬਾ ਨਾਨਕ ਸਰਕਾਰ ਆ ਕੇ ਬੈਠੇ ਸੀ ਜਦੋਂ 20 ਰੁਪਏ ਦਾ ਸੱਚਾ ਸੌਦਾ ਕਰਕੇ ਆਉਂਦੇ ਹਨ। ਸੋ ਜਿਹੜਾ ਤੁਸੀਂ ਦੇਖਦੇ ਹੋ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਲੰਗਰ ਚੱਲ ਰਹੇ ਨੇ ਸਾਰੇ ਗੁਰਦੁਆਰਿਆਂ ਦੇ ਅੰਦਰ, ਔਰ ਉਹਦੇ ਅੰਦਰ ਦਸਵੰਤ ਹੈ। ਹਰ ਸਿੱਖ ਦਾ ਜਿਹੜਾ ਨਾਮ ਨਾਨਕ ਲੇਵਾ ਹੈ ਉਹ ਆਪਣੀ ਕਮਾਈ ਦੇ ਵਿੱਚੋਂ 10% ਇਸੇ ਕੰਮ ਤੇ ਲਾਉਂਦਾ ਹੈ। ਉਹ ਜਗ੍ਹਾ ਗੁਰਦੁਆਰਾ ਸੱਚਾ ਸੌਦਾ ਤੋਂ ਲੈ ਕੇ ਤੇ ਇੱਥੇ ਆ ਕੇ ਕਰਕੇ ਉਹ ਸਾਰੇ ਇੱਕ ਨੇਕ ਕੰਮ, ਇੱਕ ਵੱਡਾ ਕੰਮ, ਬਾਬਾ ਨਾਨਕ ਸਰਕਾਰ ਇੱਥੇ ਆ ਕੇ ਬੈਠਦੇ ਹਨ। ਔਰ ਇੱਥੇ ਜਦੋਂ ਪਹੁੰਚੇ ਹਾਂ ਤੇ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਬੜੇ ਇਮੋਸ਼ਨਲ ਹੋਏ ਹੋ, ਤੇ ਕਿਵੇਂ ਦੀ ਫੀਲਿੰਗਸ ਹੈ ਤੁਹਾਡੀ ਇੱਥੇ ਪਹੁੰਚ ਕੇ? ਡੈਫੀਨਿਟਲੀ ਲਾਈਕ ਬਹੁਤ ਲਾਈਕ ਟੱਚਿੰਗ ਹੈ ਵੀ ਲਾਈਕ ਇੱਥੇ ਲਾਈਕ ਆ ਕੇ ਵੇਖਣਾ ਲਾਈਕ ਇਹ ਦਰਖਤ ਅੱਜ ਵੀ ਲਾਈਕ ਜਿਸ ਤਰ੍ਹਾਂ ਮੌਜੂਦ ਹੈ ਜੀ। ਤੇ ਇੱਕ ਜਿਹੜਾ ਇੱਕ ਲੰਗਰ ਜਿਹੜਾ ਗੁਰੂ ਨਾਨਕ ਜੀ ਦਾ ਚਲਾਇਆ ਹੋਇਆ, ਜਿਹੜਾ ਕਿ ਅੱਜ ਵੀ ਤੁਸੀਂ ਹਰ ਮੁਲਕ ਦੇ ਵਿੱਚ ਲਾਈਕ ਜੀ, ਹਰ ਜੀ। ਜਗ੍ਹਾ ਦੇ ਵਿੱਚ ਜਿਹੜਾ ਹੈ ਉਹ ਤੁਰੀ ਆਈ ਹੈ ਰੀਤ, ਹਾਂ। ਤੇ ਉਹ ਹਮੇਸ਼ਾ ਚੱਲਦੀ ਰਹੇਗੀ। ਤੇ ਮੈਨੂੰ ਬੜੀ ਖੁਸ਼ੀ ਵੀ ਹੈ ਤੇ ਥੋੜੇ ਇਮੋਸ਼ਨਸ ਵੀ ਜ਼ਿਆਦਾ ਨੇ ਵੀ ਵੇਖ ਕੇ ਵੀ ਸਾਡੀ ਜਿਹੜੀ ਤੇ ਇੰਨੀ ਜਿਹੜੀ ਹਿਸਟਰੀ ਬਚੀ ਹੋਈ ਹੈ ਪਈ ਹੈ, ਜੀ, ਜੀ। ਜਿਹੜੇ ਇਹਨਾਂ ਲਾਈਕ ਗੁਰੂ ਨਾਨਕ ਜੀ ਦੇ ਲਾਈਕ ਦਰਖਤ ਦੇ ਵਿੱਚ ਤੇ ਆਪਣੇ ਜਿੰਨੇ ਵੀ ਗੁਰਦੁਆਰੇ ਤੇ ਇਹਨਾਂ ਦੇ ਸਥਾਨ ਨਨਕਾਣਾ ਸਾਹਿਬ ਵਿੱਚ। ਤੇ ਇਸ ਤਰ੍ਹਾਂ ਜਿਹੜੇ ਨੇ ਜਿੰਨੇ ਵੀ ਨਨਕਾਣੇ ਸਾਹਿਬ ਵਾਲੇ ਗੁਰਦੁਆਰੇ ਵੇਖਦੇ ਹੋਏ ਤੇ ਫਿਰ ਅਸੀਂ ਗਏ, ਮੇਰੇ ਜਿਹੜੇ ਨਾਨੀ ਦੇ ਪੇਰੈਂਟਸ ਦਾ ਪਿੰਡ ਸੀਗਾ ਜਿਸ ਦਾ ਨਾਮ ਹੈ ਕੇਰਾ, ਜੋ ਕਿ ਮਾਨਾ ਵਾਲੇ ਦੇ ਨਜ਼ਦੀਕ ਹੈ।